ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤਾਂ ਫਿਰ ਹਰ ਵਾਰ ਦੀ ਤਰ੍ਹਾਂ ਢੇਰ ਸਾਰੀ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹਾਂ ਤੇ ਤੁਸੀਂ ਵੀ ਇਹ ਪੂਰਾ ਸ਼ੋਅ ਧਿਆਨ ਨਾਲ ਜ਼ਰੂਰ ਵੇਖਣਾ ਹੈ, ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕੈਨੇਡਾ ਦੇ ਨਾਲ ਰਿਲੇਟਡ, ਕਿਉਂਕਿ ਕੈਨੇਡਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਸਟੂਡੈਂਟਸ ਦੇ ਮਨ ਵਿੱਚ, ਉਹਨਾਂ ਦੇ ਪੇਰੈਂਟਸ ਦੇ ਮਨ ਵਿੱਚ, ਤੇ ਕਿਹੜੇ ਸਟੂਡੈਂਟਸ ਕਿੱਥੇ ਫਾਇਦਾ ਲੈ ਸਕਦੇ ਨੇ ਕੈਨੇਡਾ ਵਿੱਚ। ਤਾਂ ਉਸ ਦੇ ਬਾਰੇ ਚਰਚਾ ਰਹੇਗੀ ਤੇ ਸਾਡੇ ਨਾਲ ਅੱਜ ਡਿਸਕਸ਼ਨ ਦੇ ਲਈ ਸਟੂਡੀਓ ਵਿੱਚ ਮੌਜੂਦ ਹਨ ਜੀ ਸਪੀਅਰਹੈਡ ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਪਨੀ ਤੋਂ ਵੀਜ਼ਾ ਐਕਸਪਰਟਸ ਅਭਿਸ਼ੇਕ ਭਾਕਰ ਐਂਡ ਡਿੰਪਲ ਵਰਮਾ ਜੀ। ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਹੁਤ ਚੰਗਾ ਲੱਗਿਆ ਜੀ ਕਿ ਤੁਸੀਂ ਸਾਡੇ ਅੱਜ ਸ਼ੋਅ ਵਿੱਚ ਆਏ ਹੋ, ਕਿਉਂਕਿ ਸਾਡੀ ਹਮੇਸ਼ਾ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਸਹੀ ਅਤੇ ਜੈਨੂਅਨ ਸਲਾਹ ਆਪਣੇ ਸਟੂਡੈਂਟਸ ਤੱਕ ਪਹੁੰਚਾਈਏ। ਤੇ ਤੁਸੀਂ ਵੀ, ਤੁਹਾਡੀ ਕੰਪਨੀ ਦਾ ਵੀ ਇਹੀ ਮੋਟਿਵ ਹੈ ਕਿ ਤੁਸੀਂ ਸਟੂਡੈਂਟਸ ਨੂੰ ਹਮੇਸ਼ਾ ਜੋ ਹੈ ਜੈਨੂਅਨ ਸਲਾਹ ਦਿੰਦੇ ਹੋ। ਕੋਈ ਇਹ ਨਹੀਂ ਕਿ ਸਟੂਡੈਂਟਸ ਦੀ ਭੀੜ ਲਗਾ ਲਈਏ ਤੇ ਉਸ ਤੋਂ ਬਾਅਦ ਬਹੁਤ ਸਾਰੇ ਕੇਸਿਸ ਫਾਈਲ ਜੋ ਹੈ ਆਪਾਂ ਕਰਵਾ ਲਈਏ ਤੇ ਉਸ ਤੋਂ ਬਾਅਦ ਜੋ ਦੇਖੀਏ ਤਾਂ ਗਿਣਵੇਂ ਚੁਣਵੇਂ ਜੋ ਹੈ ਵੀਜ਼ਾਜ਼ ਆਉਂਦੇ ਨੇ। ਸੋ ਕਾਬਿਲੇ ਤਾਰੀਫ ਹੈ ਤੁਹਾਡੀ ਕੰਪਨੀ ਦਾ ਇਹ ਜੋ ਮੋਟਿਵ ਹੈ ਕਿ ਅਸੀਂ ਜੈਨੂਅਨਲੀ ਰਸਤਾ ਦਿਖਾਈਏ ਸਟੂਡੈਂਟਸ ਨੂੰ, ਸਹੀ ਤਰੀਕੇ ਨਾਲ ਅੱਗੇ ਵਧਣ। ਤਾਂ ਸਭ ਤੋਂ ਪਹਿਲਾਂ ਜ਼ਰੂਰ ਮੈਂ ਜਾਣਨਾ ਚਾਹੂੰਗੀ ਕਿ ਅਗਰ ਅਸੀਂ ਅੱਜ ਕੈਨੇਡਾ ਦੀ ਗੱਲ ਕਰ ਹੀ ਰਹੇ ਹਾਂ ਤਾਂ ਅੱਜ ਦੇ ਟਾਈਮ ਵਿੱਚ ਕੈਨੇਡਾ ਨੂੰ ਲੈ ਕੇ ਕੀ ਸਿਸਟਮ ਚੱਲ ਰਿਹਾ, ਕਿਉਂਕਿ ਕਰੋਨਾ ਤੋਂ ਬਾਅਦ ਸਭ ਚੀਜ਼ਾਂ ਚੇਂਜ ਹੋ ਗਈਆਂ। ਸਟੂਡੈਂਟਸ ਦੇ ਮਨ ਵਿੱਚ ਵੀ ਡਾਊਟਸ ਨੇ ਕਿ ਪਤਾ ਨਹੀਂ ਕੁਝ ਨਵੀਂ ਰੂਲਸ ਤਾਂ ਨਹੀਂ ਆ ਗਏ, ਕੁਝ ਨਵੀਂ ਗਾਈਡਲਾਈਨਸ ਤਾਂ ਨਹੀਂ ਆ ਗਈਆਂ। ਤਾਂ ਅੱਜ ਦੇ ਟਾਈਮ ਵਿੱਚ ਕੈਨੇਡਾ ਲਈ ਅਗਰ ਕੋਈ ਸਟੂਡੈਂਟ ਅਪਲਾਈ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? मैम काफ़ी टाइम से कोविड के कारण बच्चे अप्लाई कम कर रहे थे एंड जो अप्लाई कर रहे थे यूएसए का, ऑस्ट्रेलिया का, वो भी आजकल कनाडा की तरफ जा रहे हैं। तो कंपटीशन काफ़ी ज़्यादा बढ़ गया है। जहाँ पहले 100 बच्चे अप्लाई करते थे और 60 या 70% के वीज़े आ जाते थे, अभी अराउंड 30 to 35% हो गया है, बिकॉज द नंबर ऑफ एप्लीकेशंस बहुत ज़्यादा बढ़ गई है। तो जो आपका सवाल था कि बच्चों को क्या करना चाहिए, तो वो यही है कि ये देखो कि कनाडा क्या मांग रहा है। कनाडा मांग रहा है कामयाब बच्चे जो पढ़ाई में अच्छे हों। कनाडा मांग रहा है फाइनेंशियली स्ट्रॉन्ग फैमिलीज़ के बच्चे जो कि पैसा लेके आएँ और अच्छी जॉब लगे। ऐसा ना हो जो वहाँ जाके कोर्स ड्रॉप कर रहे हैं इस टाइप से। कनाडा मांग रहे हैं जो इंग्लिश में अच्छे बच्चे हैं, तो ये चीज़ कनाडा मांग रहा है। तो इसके ऊपर ही हार्ड वर्क करें एंड कोशिश करें कि जितनी हार्ड वर्क करके अपनी प्रोफाइल को बेटर कर सकते हैं वो बेटर करें। रेलेवेंट कोर्स लें, शॉर्टकट ना लें एंड लोकेशन से ज़्यादा कोर्स एंड रैंकिंग को प्रेफरेंस दे। क्योंकि एक सबसे बड़ा सीक्रेट वीज़ा लेने का यही होता है कि आप अच्छे कॉलेज में, अच्छी रैंकिंग कॉलेज में, गवर्नमेंट कॉलेज में, जो कि पब्लिक कॉलेज भी बोलते हैं, पब्लिक कॉलेज में आप एडमिशन लो। उससे आपके वीज़ा चांसेस काफ़ी ज़्यादा बढ़ जाते हैं। अगर थोड़ी बहुत कॉम्प्रोमाइज़ करनी भी पड़ जाए लोकेशन को लेके तो आपने कर देनी चाहिए, रैंकिंग में कॉम्प्रोमाइज़ नहीं होनी चाहिए। तो ये चीज़ मैं सलाह दूंगा कि आप कॉलेज की रैंकिंग पे टारगेट करो एंड आपकी सक्सेस रहेगा, हर जगह सक्सेस रहेगा। जी बिल्कुल। तो इस नाल ही दर्शकों ने भी कहना चाहूँगी कि लगातार जो स्क्रीन ते नंबर भी डिस्पले हो रहे, तुसीं इस उपर कॉल करके भी अगर कोई होर तुहाडे मन विच भी सवाल चल रहा होवे कैनेडा नाल रिलेटेड, अज आपां गल कर रहे हैं, कोई भी सवाल होवे तुसीं इस नंबर ते कॉल करके होर जानकारी भी लै सकदे हो। फिलहाल असीं मौजूदा समय की गल करिए तो कुछ समय पहला खबरां भी आईयां सी, हले कुछ ही दिन होए होणगे कि 14-15 हज़ार जो इक्को दिन दे विच कैनेडा तो रिजैक्शनस आ गईयां सी। सो उस दे बारे भी जरूर जानना चाहांगे कि उन्हां चीज़ां नूं ध्यान विच रखदे होए स्टूडेंट्स नूं की करना चाहिए, क्योंकि रिजैक्शनस भी बहुत सारी लग रही है कैनेडा तो। ਰਿਜੈਕਸ਼ਨਸ ਦਾ ਮੇਨ ਇਹੀ ਰੀਜ਼ਨ ਹੈ, ਜਿਹੜੇ ਬੱਚਿਆਂ ਨੇ ਪ੍ਰਾਈਵੇਟ ਕਾਲਜ ਟਾਰਗੇਟ ਕੀਤਾ ਸੀਗਾ ਉਹਨਾਂ ਦੀ ਰਿਜੈਕਸ਼ਨ ਆਈ ਹੈ। ਕੋਰਸ ਇਰਰੈਲੇਵੈਂਸੀ ਸੀਗੀ, BSc ਨਰਸਿੰਗ ਕੀਤੀ ਹੋਈ ਹੈ ਬਟ ਅਰਲੀ ਚਾਈਲਡਹੁੱਡ ਦੇ ਕੋਰਸ ਵਿੱਚ ਜਾ ਰਹੇ ਨੇ, ਛੋਟਾ ਕੋਰਸ ਹੈ, +2 ਤੋਂ ਬਾਅਦ ਦੇ ਕਰਨ ਵਾਲਾ ਕੋਰਸ ਹੈ ਇਹ, ਤਾਂ ਉਹਨਾਂ ਦੀ ਰਿਜੈਕਸ਼ਨ ਆਈ ਹੈ। ਪ੍ਰੋਫਾਈਲ ਸਟਰੋਂਗ ਹੋਣ ਦੇ ਬਾਵਜੂਦ ਸਟੇਟਮੈਂਟ ਆਫ ਪਰਪਸ ਤੁਹਾਡਾ ਵੀਕ ਸੀਗਾ, ਉਹਦੇ ਕਰਕੇ ਰਿਜੈਕਸ਼ਨ ਆਈ ਹੈ। ਆਪਾਂ ਟੋਰਾਂਟੋ ਤੇ ਵੈਂਕੂਵਰ ਨੂੰ ਹੀ ਟਾਰਗੇਟ ਕਰਦੇ ਰਹੇ, ਠੀਕ ਹੈ, ਪਰ ਉੱਥੇ ਰਸ਼ ਆਲਰੇਡੀ ਜ਼ਿਆਦਾ ਆ ਤੇ ਉਹਦੇ ਕਰਕੇ ਵੀ ਰਿਜੈਕਸ਼ਨ ਦੇ ਕੇਸਿਸ ਆਪਣੇ ਵਧੇ ਨੇ। ਬਿਲਕੁਲ। ਸੋ ਇਸੇ ਕਰਕੇ ਇਹ ਸ਼ੋਅ ਦੇ ਵਿੱਚ ਅਸੀਂ ਪੂਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਇਹ ਪੂਰਾ ਸ਼ੋਅ ਤੁਸੀਂ ਅਖੀਰ ਤੱਕ ਧਿਆਨ ਨਾਲ ਜ਼ਰੂਰ ਸੁਣਨਾ, ਕਿਉਂਕਿ ਅਸੀਂ ਹਰ ਉਸ ਗੱਲ ਦੇ ਉੱਪਰ ਚਰਚਾ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਤਾਂ ਕਿ ਅੱਗੋਂ ਅਗਰ ਤੁਸੀਂ ਪ੍ਰੋਸੈਸ ਕਰਵਾਉਣ ਜਾ ਰਹੇ ਹੋ ਆਪਣੀ ਫਾਈਲ ਕੈਨੇਡਾ ਦੇ ਲਈ ਤਾਂ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ। ਫਿਲਹਾਲ ਆਪਾਂ ਗੱਲ ਕਰੀਏ ਤਾਂ +2 वाले स्टूडेंट्स बहुत ही ज़्यादा कन्फ्यूजन विच ने कि रिजल्ट्स हले नहीं आए, या ग्रेजुएशन वाले स्टूडेंट्स जैसे कर लीए गल रिजल्ट्स नहीं आए ने तो रुके हुए ने, मतलब उन्होंने डाउटफुल बहुत होए पे ने कि असीं अगे वधीए ना वधीए, आयल्स कर लीए, कित्थे अप्लाई करिए, उन्होंने तुसीं की सुजैसट करोगे? हाँ मैम देखो, जैसे कि मैंने आपको बताया कि काफ़ी ज़्यादा रश हो गया है अभी कनाडा के लिए ना, तो अभी जो टॉप के 30% बच्चे होंगे, जो टॉप के 40% बच्चे होंगे, उन लोगों का वीज़ा लगेगा एंड बॉटम के 60% का नहीं लगेगा। तो टॉप का बच्चा कौन होगा? जिसका सबसे अच्छे कॉलेज में एडमिशन हो गया वो टॉप का बच्चा है। आगे अभी जनवरी इनटेक खुला है थोड़े दिनों पहले, 50% से ज़्यादा अभी क्लोज हो गया है टॉप कॉलेजेस के लिए।
तो जो अभी एडमिशन ले जाएगा कॉलेजेस के अंदर उसका वीज़ा हो जाएगा, एंड जो लास्ट में अप्लाई करेगा, जो अक्टूबर में के बाद अप्लाई करेगा, नवंबर में अप्लाई करेगा, अगस्त एंड में अप्लाई करेगा, उसका रिजेक्शन आएगा, चाहे आप कितने ही अच्छे बच्चे हो, चाहे आपके 90-95% मार्क्स हो। तो अभी क्या करना चाहिए बच्चों को, काफ़ी कॉलेजेस अभी विदाउट आइलेट्स आपको एडमिशन दे रहे हैं, एम्बेसी नहीं दे रही वीज़ा विदाउट आइलेट्स, पर कॉलेजेस एडमिशन दे रहे हैं। तो अभी आप 11th के 10th के बेस पे कॉलेज में एप्लीकेशन लगा सकते हो और अपना ऑफर लेटर सिक्योर कर सकते हो, ताकि जब आप 7 की आइलेट्स कर लो, थोड़े टाइम बाद, महीने बाद आपके पास ऑफर लेटर होगा, महीने बाद आपके पास आइलेट्स का रिजल्ट होगा, उस टाइम अपना टाइम से अपना फाइल आप एम्बेसी में लगा दो, वो आपको ज़्यादा बेनिफिट करेगा वर्सेस आप पहले रिजल्ट की वेट करो, फिर 1 महीने आप कोचिंग लो आइलेट्स की, 1-1.5 महीने, जल्दी में फिर आप आइलेट्स का एग्ज़ाम दो, एग्ज़ाम के 13 दिन बाद रिजल्ट आता है, रिजल्ट के 3 दिन बाद रिजल्ट कार्ड आता है, फिर रिजल्ट कार्ड लेके फिर आप देखते हो कि हमने अब क्या करना है, कैसे करना है, जब तक आप ऑलरेडी लेट हो चुके हो। जो स्मार्ट बच्चे थे वो उस टाइम तक वीज़ा की फाइल लगा रहे थे, जब आप ढूंढ रहे हो कि मैंने कौन सा कॉलेज सेलेक्ट करना है। तो जो स्मार्ट बच्चे हैं उनकी तरह आप पहले ऑफर लेटर अप्लाई करो, अच्छे कॉलेज का अप्लाई करो, अभी आप अप्लाई कर सकते हो, क्योंकि कॉलेजों को भी डिमांड है कि जो पहले बच्चा आ गया उसको हम फीस दे देंगे, फर्स्ट कम फर्स्ट सर्व है ये। तो अभी से आप अपना ऑफर लेटर अप्लाई करो, इन लोगों को यही सलाह है, ठीक है। थोड़ी रिसर्च के साथ अप्लाई करो, ऐसे नहीं आंख बंद करके अप्लाई करना है। हाँ जी ਜੀ ਬਿਲਕੁਲ। ਤੇ ਇੱਥੇ ਇੱਕ ਹੋਰ ਪੁਆਇੰਟ ਜ਼ਰੂਰੀ ਹੈ ਕਿ ਕਿਹੜੇ ਨੈਕਸਟ ਇਨਟੇਕ ਦੇ ਲਈ ਹੁਣ ਸਟੂਡੈਂਟਸ ਜੋ ਹੈ ਆਪਣੀ ਤਿਆਰੀ ਕਰਨ, ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਸਟੂਡੈਂਟਸ ਕੋਲ ਟਾਈਮ ਬਹੁਤ ਜ਼ਿਆਦਾ ਨਹੀਂ ਰਹਿ ਗਿਆ ਹੁੰਦਾ, ਜਿਵੇਂ ਕਿ ਤੁਸੀਂ ਗੱਲ ਕੀਤੀ, ਤੇ ਉਹ ਜਲਦਬਾਜ਼ੀ ਵਿੱਚ ਆਪਣੀ ਡਾਕੂਮੈਂਟੇਸ਼ਨ ਕਰਦੇ ਨੇ, ਕੋਈ ਨਾ ਕੋਈ ਗਲਤੀ ਰਹਿ ਜਾਂਦੀ ਹੈ, ਤਾਂ ਫਿਰ ਅਗਰ ਰਿਜੈਕਸ਼ਨ ਜਾਂ ਰਿਫਿਊਜ਼ਲ ਆ ਜਾਂਦਾ ਤਾਂ ਪ੍ਰੋਫਾਈਲ ਕਿਤੇ ਨਾ ਕਿਤੇ ਖਰਾਬ ਹੋ ਜਾਂਦੀ ਹੈ। ਸੋ ਕਿਹੜੇ ਕਮਿੰਗ ਇਨਟੇਕ ਦੇ ਲਈ ਹੁਣ ਸਟੂਡੈਂਟਸ ਨੂੰ ਪ੍ਰਿਪੇਅਰ ਹੋਣਾ ਚਾਹੀਦਾ ਹੈ? ਹੁਣ ਡੈਫੀਨਿਟਲੀ ਜਨਵਰੀ ਇਨਟੇਕ ਹੀ ਆਪਣੇ ਹੱਥ ਵਿੱਚ ਹੈ, ਸੈਪਟੈਂਬਰ ਇਨਟੇਕ 90% ਕਲੋਜ਼ ਹੋ ਚੁੱਕਾ ਆ, ਸੋ ਜਨਵਰੀ ਇਨਟੇਕ ਵੀ 60% ਕਲੋਜ਼ ਹੈ, ਸਿਰਫ 40% ਹੀ ਕਾਲਜਸ ਐਂਡ ਯੂਨੀਵਰਸਿਟੀਜ਼ ਬਚੇ ਨੇ। ਜੇ ਹੁਣ ਵੀ ਤੁਸੀਂ ਅੱਜ ਵੀ ਟਾਈਮ ਸਿਰ ਅਪਲਾਈ ਕਰ ਲੋਗੇ ਬਿਨਾਂ ਆਇਲਸ ਦੇ ਹੀ, ਜਿਵੇਂ ਸਰ ਨੇ ਕਿਹਾ, ਬਿਨਾਂ ਆਇਲਸ ਦੇ ਹੀ ਅਪਲਾਈ ਕਰੋ। ਜੇ ਆਇਲਸ ਦਾ ਵੇਟ ਕਰਦੇ ਰਹੋਗੇ ਤਾਂ ਜਿਹੜੇ 4 ਕਾਲਜ ਬਚੇ ਨੇ ਉਹ ਵੀ ਤੁਹਾਡੇ ਹੱਥੋਂ ਨਿਕਲ ਜਾਣੇ। ਸੋ ਬੈਟਰ ਹੈ ਕਿ ਅੱਜ ਹੀ ਜਨਵਰੀ ਇਨਟੇਕ ਟਾਰਗੇਟ ਕਰੋ, ਅਗਰ ਤੁਸੀਂ ਜਲਦੀ ਤੋਂ ਜਲਦੀ ਕੈਨੇਡਾ ਪਹੁੰਚਣਾ ਚਾਹੁੰਦੇ ਹੋ। ਜੋ ਜੈਨ ਇਨਟੇਕ ਟਾਰਗੇਟ ਕਰਨਗੇ ਇਸ ਸਾਲ ਦਸੰਬਰ ਵਿੱਚ ਉਹ ਪਹੁੰਚ ਜਾਣਗੇ ਸਟੂਡੈਂਟਸ, ਬਟ ਆਪਾਂ ਫਿਰ ਹਲੇ ਆਇਲਸ ਦਾ ਹੀ ਵੇਟ ਕਰਦੇ ਰਹੇ ਤਾਂ ਫਿਰ ਜੈਨ ਇਨਟੇਕ ਵੀ ਤੁਹਾਡੇ ਹੱਥੋਂ ਨਿਕਲ ਜਾਣਾ। ਫਿਰ ਨੈਕਸਟ ਅੱਗੇ ਜੋ ਮੇਨ ਇਨਟੇਕ ਹੈ ਜਾਂ ਸੈਪਟੈਂਬਰ ਇਨਟੇਕ ਹੈ ਉਹਦੇ ਟਾਈਮ ਹੀ ਸਾਡੀ ਵਾਰੀ ਆਏਗੀ। ਜੀ ਬਿਲਕੁਲ। ਤੇ ਇੱਕ ਹੋਰ ਖਾਸ ਗੱਲ ਡਿਸਕਸ ਕਰਨੀ ਬਹੁਤ ਜ਼ਰੂਰੀ ਹੈ ਇਸ ਸ਼ੋਅ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦਾ ਸਵਾਲ ਰਹਿੰਦਾ ਹੋਇਆ ਹੈ ਕਿ ਪਿਛਲੇ ਟਾਈਮ ਤੋਂ ਜਦੋਂ ਤੋਂ ਕਰੋਨਾ ਵਾਇਰਸ ਚੱਲ ਰਿਹਾ ਸੀ, ਲੋਕਡਾਊਨ ਹੋ ਗਿਆ, ਫਲਾਈਟਸ ਰੁਕ ਗਈਆਂ, ਸਭ ਪ੍ਰੋਸੈਸ ਰੁਕ ਗਏ ਸੀ, ਸਟੂਡੈਂਟਸ ਕੁਝ ਚਲੋ ਆਇਲਸ ਕਰਦੇ ਰਹੇ ਆ, ਕਲੀਅਰ ਹੋਈ ਉਹਨਾਂ ਦੀ, ਤੇ ਹੁਣ ਉਹ ਜਿਹੜਾ ਇਹਨਾਂ ਗੈਪ ਪੈ ਗਿਆ ਸਟੂਡੈਂਟਸ ਦੇ ਮਨ ਵਿੱਚ ਇਹ ਹੈ ਕਿ ਹੁਣ ਉਹ ਗੈਪ ਨੂੰ ਅਸੀਂ ਕਿਵੇਂ ਜਸਟੀਫਾਈ ਕਰਨਾ ਹੈ, ਉਹ ਗੈਪ ਦਾ ਸਾਨੂੰ ਕੋਈ ਉਸਦਾ ਨੁਕਸਾਨ ਤਾਂ ਨਹੀਂ ਹੋ ਜਾਏਗਾ। ਉਸ ਨੂੰ ਲੈ ਕੇ ਵੀ ਜ਼ਰੂਰ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਸਹੀ ਔਰ ਜੈਨੂਇਨ ਜਾਣਕਾਰੀ ਦਿਓ, ਕਿਉਂਕਿ ਕੁਝ ਅਸੀਂ ਕਹਿ ਸਕਦੇ ਏਜੰਟਸ ਐਵੇਂ ਹੁੰਦੇ ਨੇ ਕਿ ਇਹਨਾਂ ਗੱਲਾਂ ਦਾ ਹੀ ਫਾਇਦਾ ਚੱਕ ਕੇ स्टूडेंट्स ਦੇ ਨਾਲ ਠੱਗੀ मार लेते हैं। मैम वो झूठी आस वाली बात है, कुछ लोग ना झूठी आस दे देते हैं आपको। जी। तो एक सच्ची सलाह से अच्छी बच्चे को झूठी आस लगती है, जैसे सितंबर इनटेक में करा देंगे, अभी आपका करा देंगे, सितंबर इनटेक में मैम एडमिशन हो जाएगा, वीज़ा नहीं आएगा, तो झूठी आस है ये। या फिर किसी बच्चे की वीक प्रोफाइल है, उसके अंदर कंसल्टेंट कह देते हैं हाँ जी कोई बात नहीं, ऑफर लेटर दिलवा देंगे, DLI नंबर वाला दिलवा देंगे। DLI नंबर होना एक बात है, वर्क परमिट होना दूसरी बात है, सरकारी कॉलेज होना तीसरी बात है, एंड गुड रैंकिंग सरकारी कॉलेज होना चौथी बात है, गवर्नमेंट यूनिवर्सिटी होना 5वीं बात है, ठीक है। तो DLI नंबर बोल के एडमिशन लेना, झूठी आस दे देना, बच्चों को लगता है ऑफर लेटर आ गया तो वीज़ा आ जाएगा, बट ऐसा नहीं होता। ऑफर लेटर का मतलब वीज़ा नहीं होता। आई थिंक कॉल है मैम। हाँ जी हेलो सत श्री अकाल मैम। हाँ जी सत श्री अकाल जी, की नाम है, किहड़ी जगह तो बोल रहे हो? मैम मैं जसप्रीत सिंह बोल रही जलंधर तो जी। हाँ जी की सवाल है तुहाडा? मैम मैंने +2 ਕੀਤੀ ਹੋਈ ਹੈ ਜੀ, ਕਾਮਰਸ ਦੇ ਵਿੱਚ 60% ਮਾਰਕਸ ਹੈ ਜੀ, ਤੇ 1 ਮੋਡਿਊਲ ਦੇ ਵਿੱਚ 5.5 ਬੈਂਡ ਹੈ ਜੀ, ਤੇ ਮੈਂ ਕੈਨੇਡਾ ਦੇ ਲਈ ਅਪਲਾਈ ਕਰਨਾ ਚਾਹੁੰਦਾ ਜੀ। ਓਵਰਆਲ ਕਿੰਨੇ ਬੈਂਡਸ ਨੇ ਤੁਹਾਡੇ? ਹੈਲੋ 6 ਬੈਂਡ ਮੈਮ ਟੋਟਲ। अच्छा ठीक है। हाँ जी तो कनाडा लिए अप्लाई करना चाहते ने तो की सजेस्ट करोगे? हाँ जी मैम देखो कुछ कॉलेजेस है गवर्नमेंट के जो कि एक 5.5 लेते हैं, तो अगर तो इन्हें एक ही बार आइलेट्स दिया है सर आपने एंड आपके फिर 5.5 आ गए, तो मैं आपको रिकमेंड करूँगा कि ऑफर लेटर अप्लाई कर लो एंड साथ के साथ आप आइलेट्स की तैयारी भी करो। बट अगर आप 5-6 बार दे चुके हो, ओवर रोड होके 5.5 आए हैं, पूरा जोर लगा के 5.5 आए हैं, तो ऐसे कुछ कॉलेजेस हैं जो कि 5.5 पे गवर्नमेंट कॉलेजेस जो आपको ऑफर लेटर दे रहे हैं,
फॉर एग्जांपल नॉर्थवेस्ट कॉलेज है एडमिंटन के अंदर, एडमिंटन टॉप 5 सिटीज़ ऑफ कनाडा में आता है, नॉर्थवेस्ट कॉलेज है गवर्नमेंट, वो एक 5.5 पे आपको ऑफर लेटर दे देता है। SAIT स्केचवन पॉलिटेक्निक कॉलेज है स्केचवन स्टेट के अंदर, वो टॉप 2 टॉप 3 कॉलेजेस ऑफ स्केचवन में आता है, वो एक 5.5 पे एडमिशन दे देता है। आपका MITT है मैनटोबा इंस्टीट्यूट ऑफ ट्रेड एंड टेक्नोलॉजी, मैनटोबा का नंबर 1 कॉलेज है, वो आपको एक 5.5 पे एडमिशन दे देता है। सॉल्ट कॉलेज है, सू कॉलेज सू सेंट मेरिन में है जो, तो वो एक 5.5 पे आपको ऑफर लेटर दे देता है, अच्छा गवर्नमेंट कॉलेज है। तो इनको आप टारगेट करो। थोड़े से नाम आपको लगेंगे सुने नहीं हुए थोड़ी जगह का नाम लगेगा पता नहीं कैसी होगी, शायद आपका कोई फ्रेंड ना हो वहाँ पे, बट आपका वीज़ा वहाँ पे है। अगर आप शॉर्टकट देखोगे टोरंटो में ही जाना है तो आपको कोई प्राइवेट अच्छा सा कॉलेज नहीं मिलेगा और उसके अंदर आपके रिजेक्शन के चांसेस बहुत ज़्यादा आ जाएंगे। तो इस चीज़ को टारगेट मत करो कि मेरा दोस्त वहाँ पे है, मेरा रिलेटिव वहाँ पे है, इस चीज़ को टारगेट करो कि मेरा ਵੀਜ਼ਾ कहाँ पे है, इस चीज़ को देखो। ਜੀ ਇਹ ਤਾਂ ਚਲੋ ਕੇਸ ਇਹਨਾਂ ਨੇ ਗੱਲ ਕੀਤੀ ਕਿ ਇਹਨਾਂ ਦੇ ਇੱਕ ਮੋਡਿਊਲ ਵਿੱਚ 5.5 ਹੈ, ਕਈ ਵਾਰੀ 2 ਮੋਡਿਊਲ ਵਿੱਚ ਜੋ ਹੈ 5.5 ਬੈਂਡ ਆਏ ਹੁੰਦੇ ਨੇ, ਤਾਂ ਕੀ ਉਹਨਾਂ ਦਾ ਪੋਸੀਬਲ ਹੁੰਦਾ ਕੈਨੇਡਾ ਲਈ ਅਪਲਾਈ ਕਰਨਾ, ਕਿ ਉਹਨਾਂ ਦੀ ਵੀਜ਼ਾ ਲੱਗ ਸਕਦਾ? ਕਿਉਂਕਿ ਇਹ ਇਸ ਥਾਂ ਤੇ ਵੀ ਬਹੁਤ ਕਨਫਿਊਜ਼ਨ ਰਹਿੰਦੀ, ਕਿਉਂਕਿ ਕੁਝ ਏਜੰਟਸ ਕਹਿੰਦੇ ਕਿ ਹੋ ਸਕਦਾ, ਕੁਝ ਕਹਿੰਦੇ ਕਿ ਨਹੀਂ ਹੋ ਸਕਦਾ। मैम देखो हो तो सकता है बट प्रोबेबिलिटी की बात है कि 100 बच्चे 5.5 2 में अप्लाई करें, कितनों का लगेगा? तो हो सकता है अगर एक का भी लग रहा है तो हो सकता है इज़ नॉट झूठ बट इट्स नॉट कम्प्लीटली सच आल्सो, ठीक है, पूरा सच नहीं है ये बात कि हो सकता है। तो अगर आप अच्छे कॉलेज को टारगेट करो, इनफैक्ट यूनिवर्सिटी को टारगेट करना पड़ेगा यहाँ पे, उसको टारगेट करो एंड फिर कोशिश करो आप अप्लाई करने की, तो टाइम लगेगा ऑफर लेटर आने में, बट उसके साथ आपका हो सकता है अराउंड 50% सक्सेस रेट है। अगर आप रीजनल कॉलेज में जा रहे हो, थोड़े ठंड में जा रहे हो और अच्छा कोर्स ले रहे हो, 50% चांस है। अगर उसी के साथ अगर आप टोरंटो प्राइवेट कॉलेज में चले गए तो 5% ਚਾਂਸ ਹੈ। ਓਕੇ, ਮਤਲਬ ਜਗ੍ਹਾ ਦੇ ਹਿਸਾਬ ਦੇ ਨਾਲ, ਉਹ ਪ੍ਰੋਫਾਈਲ ਦੇ ਹਿਸਾਬ ਨਾਲ ਸਭ ਦੇਖ ਕੇ ਉਸ ਤੋਂ ਬਾਅਦ ਮਾਈਂਡਸੈਟ ਬੱਚੇ ਨੂੰ ਤਿਆਰ ਰੱਖਣਾ ਚਾਹੀਦਾ ਇਸ ਚੀਜ਼ ਲਈ ਕਿ ਹੋ ਸਕਦਾ ਆ ਵੀਜ਼ਾ ਕਿਆ ਨਾਮ ਹੈ, ਇਹਦੇ ਵਿੱਚ ਮੇਰਾ ਰਿਸਕ ਆਬਵੀਅਸਲੀ ਹੈਗਾ ਆ ਕਿ ਮੈਂ ਆਇਲਸ ਵਿੱਚ ਮਿਹਨਤ ਨਹੀਂ ਕੀਤੀ ਹੈਗੀ, ਤਾਂ ਹੁਣ ਇੱਥੇ ਮੈਨੂੰ ਰਿਸਕ ਲੈਣਾ ਪੈਣਾ। ਸੋ ਮੈਂਟਲੀ ਬੱਚਾ ਇਸ ਚੀਜ਼ ਲਈ ਤਿਆਰ ਹੋਣਾ ਚਾਹੀਦਾ ਹੈ। ਜੀ 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 ਬਿਲਕੁਲ। ਤੇ ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਲਾਈਕ ਚਲੋ ਸਟੱਡੀ ਵੀਜ਼ਾ ਲਈ ਤਾਂ ਅਪਲਾਈ ਕਰਦੇ ਨੇ ਸਟੂਡੈਂਟਸ, ਪਰ ਨਾਲ ਹੀ ਅਗਰ PR ਦੇ ਲਈ ਜਾਂ ਵਰਕ ਪਰਮਿਟ ਦੀ ਜਿਹੜੇ ਅਪਲਾਈ ਕਰਨਾ ਚਾਹ ਰਹੇ ਨੇ, ਵੇਟ ਕਰ ਰਹੇ ਨੇ, ਮਤਲਬ ਉਹ ਪ੍ਰੋਸੈਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਉਸ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ ਕਿ ਕਈ ਸਟੂਡੈਂਟਸ ਚਾਹੁੰਦੇ ਨੇ, ਕਈ ਜੋ ਅਪਲਾਈ ਕਰਨਾ ਚਾਹੁੰਦੇ ਕੈਨੇਡਾ ਲਈ, ਉਹ ਕਹਿੰਦੇ ਕਿ PR ਮਿਲ ਜਾਏ ਜਾਂ ਵਰਕ ਪਰਮਿਟ ਹੀ ਸਿੱਧੇ ਮਿਲ ਜਾਏ, ਉਹ ਕੀ ਕਰਨ? ਦੇਖੋ PR ਲਈ ਜੋ ਐਕਸਪ੍ਰੈਸ ਐਂਟਰੀ ਦੀ ਲਾਸਟ ਕੱਟ ਆਫ ਆਇਆ ਸੀਗਾ ਉਹ ਦਸੰਬਰ 2020 ਚ ਆਇਆ ਸੀਗਾ, ਉਸ ਤੋਂ ਬਾਅਦ ਹਜੇ ਡਰਾ ਨਹੀਂ ਨਿਕਲੇ ਹੈਗੇ। ਸੋ PR ਦੇ ਕੈਂਡੀਡੇਟਸ ਤਾਂ ਹਜੇ ਵੇਟ ਹੀ ਕਰ ਰਹੇ ਨੇ, ਹੋਪਫੁਲੀ ਨੈਕਸਟ ਡਰਾ ਨਿਕਲ ਜਾਏ ਜਲਦੀ ਹੀ। ਬਟ ਵਰਕ ਪਰਮਿਟ ਤੇ ਲਈ 15-20 ਲੱਖ ਰੁਪਏ ਲਗਾਉਣਾ ਤਾਂ ਟੋਟਲੀ ਬੇਵਕੂਫੀ ਹੈ। ਉਹੀ ਪੈਸਾ ਅਗਰ ਤੁਸੀਂ ਆਪਣੀ ਸਟੱਡੀ ਤੇ ਇਨਵੈਸਟ ਕਰ ਰਹੇ ਹੋ, ਆਪਣੀ, ਕਿਉਂਕਿ ਕੱਲ ਨੂੰ ਉੱਥੇ ਜਾ ਕੇ ਤੁਹਾਨੂੰ ਵਧੀਆ ਜੌਬ ਮਿਲੂਗੀ, ਕਿਉਂਕਿ ਤੁਸੀਂ 15-20 ਲੱਖ ਰੁਪਏ ਆਪਣੀ ਟਿਊਸ਼ਨ ਫੀਸ ਭਰੀ ਹੈ, ਨਾ ਕਿ ਵਰਕ ਪਰਮਿਟ ਤੇ ਆਪਾਂ ਨੇ ਪੈਸੇ ਖਰਾਬ ਕੀਤੇ ਨੇ। ਬਿਲਕੁਲ। ਸੋ ਜੋ PR ਦੇ ਕੈਂਡੀਡੇਟਸ ਨੇ ਜਾਂ ਵਰਕ ਪਰਮਿਟ ਲਈ ਜਿਹੜੇ ਹੋਪਫੁਲ ਸੀਗੇ, ਅਗਰ ਤੁਸੀਂ ਚਾਹੁੰਦੇ ਹੋ ਅਸੀਂ ਟਾਈਮ ਸਿਰ ਕੈਨੇਡਾ ਪਹੁੰਚੀਏ ਤਾਂ ਬਹੁਤ ਅੱਛਾ ਇਨਟੇਕ ਹੈਗਾ ਆ, ਜਨਵਰੀ ਇਨਟੇਕ, ਇਸੇ ਸਾਲ ਦਸੰਬਰ ਚ ਪਹੁੰਚੋਗੇ, ਕਿਉਂਕਿ ਕੋਵਿਡ ਕਰਕੇ ਬਹੁਤ ਸਾਰੇ ਸਰਕਮਸਟੈਂਸਸ ਜਿਹੜੇ ਹੈਗੇ ਨੇ ਆਪਣੇ ਅਨਐਕਸਪੈਕਟਡ ਹੋ ਗਏ ਨੇ। ਕੈਨੇਡੀਅਨ ਐਮਬੈਸੀ ਆਬਵੀਅਸਲੀ ਆਪਣੇ ਕੰਫਰਟ ਜ਼ੋਨ ਦੇ ਅਕੋਰਡਿੰਗ ਹੀ ਡਿਸੀਜਨ ਲਏਗੀ। 70% ਜਦ ਵੈਕਸੀਨੇਸ਼ਨ ਉਹਨਾਂ ਦੀ ਹੋ ਜਾਊਗੀ ਉਸ ਤੋਂ ਬਾਅਦ ਰਿਲੈਕਸੇਸ਼ਨ ਆਣੀ ਸ਼ੁਰੂ ਹੋਊਗੀ। ਸੋ ਬੈਟਰ ਹੈ ਅਗਰ ਜਲਦੀ ਪਹੁੰਚਣਾ ਆ ਤਾਂ ਜੈਨ ਇਨਟੇਕ ਟਾਰਗੇਟ ਕਰੋ ਤੇ ਇਸ ਸਾਲ ਦਿਸੰਬਰ ਵਿੱਚ ਪਹੁੰਚੋ। हाँ जी, अब स्टडी वीज़ा पे अगर हस्बैंड का मान लो स्टडी वीज़ा लग गया तो वाइफ का ओपन वर्क परमिट होता है एंड वाइफ का लग गया तो हस्बैंड का होता है, ठीक है। तो एक वर्क परमिट की जगह आपको 2 वर्क परमिट मिल जाते हैं एक्चुअली, और आपकी पूरी फैमिली चली जाती है। एंड जो आप पैसा खर्च कर रहे हो उसके बदले आपको एजुकेशन मिल रही है, ठीक है। तो 7 से 8 लाख रुपए ट्यूशन फीस होती है, उसके अलावा 6 लाख रुपए आपने लॉक करने होते हैं, GIC जिसको बोलते हैं, वहाँ जाके वापस मिल जाते हैं। तो एक तरह से आप 7 लाख 8 लाख रुपए लगा के पूरी फैमिली के साथ आप वहाँ जा रहे हो, एंड जो 8 लाख लगा है उसके बदले आपको एजुकेशन भी मिल रही है, तो आपकी जॉब बेटर होएगी जो आप डायरेक्ट PR के थ्रू जाओगे। ठीक, हाँ जी। ਪੈਸਾ ਔਰ ਟਾਈਮ ਨੂੰ ਤੁਸੀਂ ਸਿਕਿਉਰ ਕਰਦੇ ਹੋ, ਆਪਣੀ ਫੈਮਿਲੀ ਨੂੰ ਵੀ ਉੱਥੇ ਸੈਟਲ ਕਰ ਲੈਂਦੇ ਹੋ, ਸੋ ਇੱਕ ਅੱਛੀ ਓਪਰਚੁਨਿਟੀ ਬਣ ਜਾਂਦੀ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਗਰ ਤੁਸੀਂ ਆਪਣੀ ਫਾਈਲ ਪ੍ਰੋਸੈਸ ਕਰਵਾਉਣੀ ਹੈ ਤਾਂ ਕਿਸੇ ਜੈਨੂਇਨ ਕੰਸਲਟੈਂਟ ਤੋਂ ਹੀ ਕਰਵਾਉਣੀ ਚਾਹੀਦੀ ਹੈ, ਜੋ ਕਿ ਇਸ ਚੀਜ਼ ਦਾ ਫਾਇਦਾ ਆਪਣੇ ਲਈ ਨਾ ਸੋਚਣ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਫਾਈਲਸ ਲਈਏ, ਉਸ ਵਿੱਚੋਂ ਲੱਗਣ ਭਾਵੇਂ ਬਹੁਤ ਗਿਣਤੀ ਦੀਆਂ ਘੱਟ ਹੀ। ਸੋ ਇਸ ਕਰਕੇ ਜੈਨੂਇਨ ਕੰਸਲਟੈਂਟ ਕੋਲ ਜਾ ਕੇ ਹੀ ਆਪਣੀ ਫਾਈਲ ਜੋ ਹੈ ਪੂਰੀ ਅਸੈਸਮੈਂਟ ਉਸਦੀ ਕਰਵਾਓ, ਉਸ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੀ ਪ੍ਰੋਫਾਈਲ ਕਿੱਥੇ ਕਿੱਥੇ ਸਟਰੋਂਗ ਹੈ ਔਰ ਕਿੱਥੇ ਕਿੱਥੇ ਵੀਕ ਹੈ, ਤੇ ਤੁਸੀਂ ਅੱਗੋਂ ਕੀ ਡਿਸੀਜਨ ਲੈਣੇ ਨੇ। ਸੋ ਅਗਰ ਅਸੀਂ PR ਦੀ ਗੱਲ ਕਰ ਹੀ ਰਹੇ ਹਾਂ ਤਾਂ ਅੱਗੋਂ ਜਿਹੜੇ ਮਾਸਟਰ ਦੇ ਸਟੂਡੈਂਟਸ ਨੇ, ਹੈ ਨਾ, ਉਹਨਾਂ ਲਈ ਵੀ ਜ਼ਰੂਰੀ ਸਵਾਲ ਹੈ, ਕਿਉਂਕਿ +2 ਦੇ ਸਟੂਡੈਂਟਸ ਲਈ ਜਾਂ ਗ੍ਰੈਜੂਏਸ਼ਨ ਦੇ ਸਟੂਡੈਂਟਸ ਲਈ ਇਹ ਮੈਂ ਸਵਾਲ ਬਾਅਦ 'ਚ ਲੈਣੀ ਹੈ, ਪਹਿਲਾਂ ਸਾਡੇ ਕਾਲਰ ਨਾਲ ਲਾਈਨ 'ਤੇ ਨੇ। ਹੈਲੋ,
हाँ जी, ਕੀ ਨਾਮ ਹੈ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੇਰਾ ਨਾਮ ਆਸ਼ੀਸ਼ ਜਿੰਦਲ ਹੈ, ਮੈਂ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਹਾਂ। ਜੀ ਆਸ਼ੀਸ਼ ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ ਐਕਚੁਅਲੀ ਸੌਫਟਵੇਅਰ ਇੰਜੀਨੀਅਰ ਹਾਂ ਓਕੇ ਤੇ ਮੈਂ ਐਕਚੁਅਲੀ ਕੈਨੇਡਾ ਲਈ ਅਪਲਾਈ ਕਰਨਾ ਚਾਹ ਰਿਹਾ ਸੀਗਾ ਤੇ ਮੈਂ 2-3 ਵਾਰ ਵਰਕ ਵੀਜ਼ਾ ਲਈ ਵੀ ਅਪਲਾਈ ਕਰ ਚੁੱਕਿਆ ਬਟ ਰਿਫਿਊਜ਼ਲ ਆ ਰਹੀ ਓਕੇ ਤੇ ਮੈਂ ਚਾਹੁੰਦਾ ਸੀ ਕਿ ਮੈਨੂੰ ਅਭਿਸ਼ੇਕ ਜੀ ਵੀ ਦੱਸ ਸਕਣ ਕਿ ਕੀ ਆਪਾਂ ਪਲਾਨ ਕਰ ਸਕਦੇ ਹਾਂ ਕਿ ਅਗਰ ਸੌਫਟਵੇਅਰ ਇੰਜੀਨੀਅਰ ਕੀ ਮੈਂ ਕਰ ਸਕਦਾ। ਮੇਰਾ 7 ਤੋਂ 8 ਸਾਲ ਦਾ ਗੈਪ ਹੋ ਚੁੱਕਿਆ ਐਕਚੁਅਲੀ। जी जी तो अभी एजुकेशन क्या है, मास्टर्स है बैचलर्स है सर की? आशीष जी आपकी एजुकेशन क्या है अभी? एम टेक की हुई है? हाँ जी ठीक है सर। तो आपने एम टेक की हुई है आशीष जी, तो आपको मैं रिकमेंड करूँगा कि अभी आपकी जो प्रोफाइल है 8 साल का एक्सपीरियंस हो गया है, लेट से आप सॉफ्टवेयर इंजीनियर हो, सॉफ्टवेयर डेवलपर हो, तो सॉफ्टवेयर डेवलपर का कोर्स मत लेना। काफ़ी कंसल्टेंट आपको बोलेंगे जी सेम कोर्स लो, ऐसे लो। 1 या 2 साल वाला जिसको एक्सपीरियंस है वो आगे उसमें पढ़ाई कर सकता है, लेकिन अगर जो 8 साल 9 साल जिस चीज़ में पढ़ाई कर जाए अपने जॉब कर जाएगा 8 साल 9 साल 10 साल, वो सेम कोर्स नहीं ले सकता क्योंकि वो ऑलरेडी एक्सपर्ट बन गया है। तो अगर आप सॉफ्टवेयर इंजीनियर हो, आप साइबर सिक्योरिटी में जाओ, आप आर्टिफिशियल इंटेलिजेंस में जाओ, ठीक है, डाटा एनालिटिक्स में जाओ, इन कोर्सेज में जाओगे आईटी के अंदर ही तो आपका वीज़ा लग जाएगा। जनरल मास्टर करने चले गए टेक्निकल तो आपका रिजेक्शन हो जाएगा। जनरल आपने डिप्लोमा भी ले लिया, जनरल आईटी का डिप्लोमा, तो आपका रिजेक्शन आ जाएगा। मोबाइल एप्लीकेशन में जाओ, आपका वीज़ा लग जाएगा। या फिर आप मैनेजमेंट की साइड आ जाओ, आप बोलो कि मैंने अपनी कंपनी शुरू करनी है जी, आईटी का मैं सीख गया हूँ काम, फुल स्टैक डेवलपर बन गया हूँ, अभी मैंने अपनी मैनेजमेंट में एंटरप्रेन्योरशिप में मैंने जाना है, तो प्रोजेक्ट मैनेजमेंट हो गया आपका, ग्लोबल बिजनेस मैनेजमेंट हो गया, या मास्टर इन मैनेजमेंट हो गया, बिजनेस एडमिनिस्ट्रेशन, तो उसके अंदर आप जाओगे तो आपको वीज़ा लग जाएगा। आपके लिए कोर्स चूज़ करना बड़ा इंपॉर्टेंट है एंड सही कंसल्टेंट लबना। अगर 12वीं वाले कंसल्टेंट पे चलेगा जो 12वीं की फाइल लगाता है तो आपका रिजेक्शन आ जाएगा 100%, और फिर वो बोलेंगे जी गैप वाले का लगता नहीं। एक्चुअली हम गैप वाले का वीज़ा लग जाता है प्रोवाइडेड आपको आता हो कैसे लगाते हैं। कोई कंडीशन नहीं है एम्बेसी की कि 5 साल गैप नहीं चलेगा, 8 साल गैप नहीं चलेगा, 10 साल गैप नहीं चलेगा। वो कहते हैं 20 साल गैप हो। एक ही कंडीशन है, जेन्युइन स्टूडेंट होना चाहिए, आपके पास रीज़न होना चाहिए पढ़ने का। अगर पढ़ने का रीज़न है आपके पास तो एम्बेसी आपको वीज़ा देगी, और अगर नहीं है, चाहे 12वीं पास हो चाहे टॉपर हो, अगर आपका रीज़न नहीं है जेन्युइन पढ़ने का, आप उसको बता नहीं पा रहे कि मैंने क्यों पढ़ना है, क्या पढ़ना है, पढ़ने के बाद क्या होगा, पढ़ने अब तक क्या किया, उस जो आपका इंटरेस्ट है उसके अंदर, तो आपका वीज़ा रिजेक्शन होगा ही होगा। तो बताना ज़रूरी है कि हमने क्या करना है, शॉर्ट टर्म एंड लॉन्ग टर्म गोल। जो एक्सपीरियंस वाले के लिए थोड़ा टफ हो जाता है बताना, तो अगर उसको ढंग से आप स्टडी करके सेल्फ रिफ्लेक्ट करके अच्छे से प्लानिंग के साथ फाइल लगाओ तो आराम से वीज़ा आ जाता है। जी बिल्कुल। सो इस जो कॉलर ਸੀ ਇਹਨਾਂ ਦੀ ਕਾਲ ਦੇ ਉੱਪਰ ਜੋ ਤੁਸੀਂ ਜਵਾਬ ਦਿੱਤਾ ਵਾਕਈ ਬਿਲਕੁਲ ਬਹੁਤ ਹੀ ਡਿਫਰੈਂਟ ਜੀ ਗੱਲ, ਕਿਉਂਕਿ ਹਮੇਸ਼ਾ ਤੁਸੀਂ ਨਾਰਮਲੀ ਹਰ ਕੋਈ ਕਹਿੰਦਾ ਹੈ ਕਿ ਜੋ ਰੈਲੀਵੈਂਟ ਕੋਰਸ ਜੋ ਤੁਸੀਂ ਪਹਿਲਾਂ ਕਰ ਰਹੇ ਹੋ ਉਹੀ ਚੀਜ਼ ਕਰੋ। ਸੋ ਤੁਸੀਂ ਇੱਕ ਅਲੱਗ ਚੀਜ਼ ਜ਼ਰੂਰ ਦੱਸੀ ਹੈ ਕਿ ਭਈ ਉਸ ਤੋਂ ਕੁਝ ਹਟ ਕੇ ਕਿ ਉਹ ਉਸਦਾ ਮੈਕਸਿਮਮ ਤੁਸੀਂ ਸਿੱਖ ਚੁੱਕੇ ਹੋ, ਸਭ ਕੁਝ ਕਰ ਚੁੱਕੇ ਹੋ ਨਾ। ਸੋ ਵਾਕਈ ਬਹੁਤ ਅੱਛਾ ਪੁਆਇੰਟ ਤੁਸੀਂ ਇਹ ਵੀ ਦੱਸਿਆ ਕਿ ਇਹ ਵੀ ਇੱਕ ਪੁਆਇੰਟ ਰਹਿ ਸਕਦਾ ਵੀ ਜਿਸ ਕਰਕੇ ਤੁਸੀਂ ਕਈ ਵਾਰ ਰਿਜੈਕਸ਼ਨ ਲੱਗ ਸਕਦਾ ਹੈ। ਸੋ ਇਹੀ ਗੱਲ ਹੁੰਦੀ ਹੈ ਕਿ ਅਗਰ ਅਸੀਂ ਕਿਸੇ ਮਾਹਿਰ ਕੰਸਲਟੈਂਟ ਕੋਲ ਜਾਂਦੇ ਹਾਂ ਤਾਂ ਉਹੀ ਨਾ ਛੋਟੀ ਛੋਟੀ ਚੀਜ਼ਾਂ ਵੱਲ ਧਿਆਨ ਦਿੰਦੇ ਨੇ ਜੋ ਵੇਖਣ 'ਚ ਛੋਟੀਆਂ लेकिन ਤੁਹਾਡੀ ਪ੍ਰੋਫਾਈਲ ਦੇ ਲਈ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ। ਸੋ ਵਾਕਈ ਅਗਰ ਮੈਂ ਕੰਟੀਨਿਊ ਕਰਾਂ ਆਪਣੀ ਪਿਛਲੀ ਗੱਲ ਜੋ ਅਸੀਂ ਮਾਸਟਰ ਸਟੂਡੈਂਟਸ ਦੀ ਗੱਲ ਕਰ ਰਹੇ ਸੀ ਕਿ ਅਗਰ ਉਹ ਅਪਲਾਈ ਕਰਨਾ ਚਾਹੁੰਦੇ ਨੇ, +2 ਵਾਲਿਆਂ ਲਈ ਕਈ ਸਾਰੇ ਕੋਰਸਿਸ ਹੁੰਦੇ ਨੇ, ਗ੍ਰੈਜੂਏਸ਼ਨ ਵਾਲਿਆਂ ਲਈ ਬਹੁਤ ਸਾਰੇ ਕੋਰਸਿਸ ਨੇ, ਤਾਂ ਮਾਸਟਰ ਵਾਲੇ ਸਟੂਡੈਂਟਸ ਲਈ ਸਟੱਡੀ ਵੀਜ਼ਾ ਸਹੀ ਰਹੇਗਾ ਕਿ ਉਹ ਪੀਆਰ ਲਈ ਅਪਲਾਈ ਕਰਨ ਉਹ ਸਹੀ ਰਹੇਗਾ? देखो अगर मास्टर वाले स्टूडेंट का CRS स्कोर बनता पिया आ जो लास्ट कट ऑफ सीगा वो 468 सीगा जी। अगर तो CRS स्कोर थोड़ा बनता पिया आ 468 या तो एक्सीड कर रहे हो तुसी तो डेफिनेटली यू कैन गो फॉर PR, बट यू शुड बी मेंटली रेडी दैट आई हैव टू वेट कि मैंने वेट करना ही पऊगा, इसी होगा मेरा 777 8 लेने पैणगे, वो सारा कुछ करन तो बाद भी 6 ਤੋਂ 8 महीने वेट करना पैंदा आ। बट अगेन थानू अगर है जल्दी कि मैं जल्दी तो जल्दी कैनेडा पहुंचना आ ਤਾਂ ਤੁਸੀਂ ਸਟੱਡੀ ਵੀਜ਼ਾ ਡੈਫੀਨਿਟਲੀ ਪਰਸਿਊ ਕਰ ਸਕਦੇ ਹੋ। ਇਹ ਬਹੁਤ ਵੱਡਾ ਡਾਇਲੇਮਾ ਹੁੰਦਾ ਹੈ ਮਾਸਟਰਸ ਵਾਲਿਆਂ ਨੂੰ ਕਿ ਸਾਡੀ ਐਜੂਕੇਸ਼ਨ ਤਾਂ ਇੱਥੇ ਖਤਮ ਹੋ ਗਈ ਤੇ ਹੁਣ ਅਸੀਂ ਉੱਥੇ ਜਾ ਕੇ ਕੀ ਕਰੀਏ। ਤਾਂ ਅਗੇਨ ਜਿਹੜਾ ਹੁਣ ਇਹ ਆਸ਼ੀਸ਼ ਜੀ ਦਾ ਕੇਸ ਆਇਆ ਸੀਗਾ, ਉਹਨਾਂ ਨੇ ਮਾਸਟਰ ਕੀਤੀ ਹੋਈ ਸੀਗੀ ਇਹਦੇ ਵਿੱਚ ਇੰਜੀਨੀਅਰਿੰਗ ਚ ਕੀਤੀ ਹੋਈ ਸੀ, ਤਾਂ ਉਹ ਮੈਨੇਜਮੈਂਟ ਦਾ ਕੋਰਸ ਕਰ ਸਕਦੇ ਨੇ। ਸੋ ਮੈਨੇਜਮੈਂਟ ਵਿੱਚ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਹੋ ਗਿਆ, ਗਲੋਬਲ ਬਿਜ਼ਨਸ ਮੈਨੇਜਮੈਂਟ ਹੋ ਗਿਆ, ਪ੍ਰੋਜੈਕਟ ਮੈਨੇਜਮੈਂਟ, एंटरप्रेन्योरशिप ਦੇ ਪ੍ਰੋਗਰਾਮਸ ਹੁੰਦੇ ਨੇ, ਕਾਫੀ ਲੀਡਰਸ਼ਿਪ ਦੇ ਪ੍ਰੋਗਰਾਮਸ ਹੁੰਦੇ ਨੇ। ਸੋ ਇਦਾਂ ਦੇ ਕੋਰਸਿਸ ਤੁਸੀਂ ਆਰਾਮ ਨਾਲ ਲੈ ਸਕਦੇ ਹੋ। ਸੋ ਜੋ ਜਿਹਨੇ ਮਾਸਟਰ ਇੱਥੇ ਕਰ ਲਈ ਹੈ ਉਹਦੇ ਲਈ ਵੀ ਬਹੁਤ ਸਾਰੇ ਪ੍ਰੋਗਰਾਮਸ ਨੇ ਅੱਗੇ ਦੀ ਜਿਹੜੀ ਤੁਹਾਡੀ ਸਟੱਡੀ ਹੈ ਉਹ ਤੁਸੀਂ ਉੱਥੇ ਜਾ ਕੇ ਕੈਨੇਡਾ ਕਰ ਸਕਦੇ ਹੋ।
ਬਿਲਕੁਲ। ਤੇ ਨਾਲ ਦੇ ਨਾਲ ਇੱਕ ਵਾਰ ਫਿਰ ਤੋਂ ਜ਼ਰੂਰ ਕਹਿਣਾ ਚਾਹਾਂਗੀ ਸਾਰੇ ਦਰਸ਼ਕਾਂ ਨੂੰ ਕਿ ਤੁਹਾਡੇ ਵੀ ਮਨ ਵਿੱਚ ਅਗਰ ਕੋਈ ਸਵਾਲ ਹੈ, ਅਸੀਂ ਇਸ ਸ਼ੋਅ ਵਿੱਚ ਸ਼ਾਮਿਲ ਨਹੀਂ ਕਰ ਪਾਏ ਤਾਂ ਤੁਸੀਂ ਸਕਰੀਨ ਤੇ ਜੋ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਵੀ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ। ਸਪੇਅਰਹੈਡ ਇੰਟਰਨੈਸ਼ਨਲ ਦੀ ਪੂਰੀ ਟੀਮ ਸਟੂਡੈਂਟਸ ਦੇ ਲਈ ਹਮੇਸ਼ਾ ਉਹਨਾਂ ਨੂੰ ਜੈਨੂਇਨ ਸਲਾਹ ਦੇਣ ਦੇ ਲਈ ਹਮੇਸ਼ਾ ਰੈਡੀ ਰਹਿੰਦੀ ਹੈ। ਤੁਸੀਂ ਕਾਲ ਕਰੋ, ਚਾਹੇ ਆਪਣੇ ਡਾਕੂਮੈਂਟਸ ਲੈ ਕੇ ਇਹਨਾਂ ਦੇ ਆਫਿਸ ਵਿਜ਼ਿਟ ਕਰੋ, ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਸਹੀ ਟਾਈਮਲੀ ਜੋ ਹੈ ਅਸੈਸਮੈਂਟ ਕਰਵਾ ਕੇ ਤੁਹਾਨੂੰ ਪਤਾ ਚੱਲੇ ਕਿ ਤੁਹਾਡੀ ਪ੍ਰੋਫਾਈਲ ਕਿੱਥੇ ਲਈ ਬੈਸਟ ਰਹੇਗੀ। ਤੇ ਇੱਕ ਸਵਾਲ ਬਹੁਤ ਜ਼ਰੂਰੀ ਹੁੰਦਾ ਸਟੂਡੈਂਟਸ ਦੇ ਲਈ ਉਹ ਇਹ ਕਿ ਆਖਰ ਕਿੱਥੇ ਸਟੂਡੈਂਟਸ ਕੀ ਗਲਤੀਆਂ, ਕਿਸ ਤਰ੍ਹਾਂ ਦੀ ਗਲਤੀਆਂ ਕਰ ਜਾਂਦੇ ਨੇ, ਕਿਉਂਕਿ ਕਈ ਵਾਰ ਹੁੰਦਾ ਬਹੁਤ ਵਧੀਆ, ਬਹੁਤ ਹੀ ਸਟਰੋਂਗ ਪ੍ਰੋਫਾਈਲ ਹੁੰਦੀ ਹੈ, ਬਾਵਜੂਦ ਉਸਦੇ ਉਹਨਾਂ ਦਾ ਰਿਫਿਊਜ਼ਲ ਆ ਜਾਂਦਾ ਨਾ। ਕੀ ਮਿਸਟੇਕ ਸਟੂਡੈਂਟਸ ਕਰ ਜਾਂਦੇ ਨੇ ਤਾਂ ਕਿ ਜਿੰਨੇ ਵੀ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ, ਸਟੂਡੈंट्स ਨੇ, पेरेंट्स ने, उन्हें चीज़ों वाल ध्यान ज़रूर दें। मैम देखो, सबसे बड़ी गलती तो यही है, अगर बच्चा बहुत ही अच्छा है, पढ़ाई में उसने मेहनत की हुई है, आईलेट्स अच्छा बैंड है एंड उसकी कंसल्टेंट प्रोफाइल अच्छे से ना लगाए, भेड़ बकरियों की तरह उसकी प्रोफाइल लगा दे, उसको टॉप 10 कॉलेज ना मिले। टॉप 10 कॉलेज कौन कौन से हैं? सैनिका है, सेंटेनियल है, हम्बर है, आपका जॉर्ज ब्राउन है, डगलस है, हाँ जी, आप अगर एल्बर्टा साइड आते हो SAIT, बोवेली, NAIT है, उसको टॉप का कॉलेज ना मिले तो उसके लिए प्रॉब्लम आ जाएगी, या उसके टॉप की यूनिवर्सिटी ना मिले तो प्रॉब्लम है, या फिर उसकी फ़ाइल के अंदर उसकी SOP है, उसको उस पर कंसल्टेंट मेहनत ना करे, कहीं से नेट से कॉपी पेस्ट कर दी, या किसी का वीज़ा लगा हुआ है उसी की कॉपी करके पेस्ट कर दी। तो आजकल बहुत ज़्यादा स्ट्रिक्ट है कैनेडियन एम्बेसी, कॉपी पेस्ट प्लेगरिज्म में आता है। प्लेगरिज्म मतलब सॉफ्टवेयर वो पकड़ लेता है कि ये चीज़ नेट से कॉपी की हुई है, वाई कनाडा, वाई दिस कोर्स, वाई दिस कॉलेज, उस चक्कर में उसका रिजेक्शन आ जाता है। तो अगर फाइल ढीले तरीके से लगाई, या ऐसी कंपनी है जिसमें बहुत ज़्यादा फाइल लग रही हैं, रोज़ की 100 फाइल लग रही है, उसमें ही उनकी भी फाइल लगा दी और रिजेक्शन आ जाता है। हमने काफ़ी ऐसे स्टडी करते हैं हम केस जहाँ बच्चे लेके आते हैं जी वहाँ से लगाई थी, कोई पैसा नहीं लिया लेकिन रिजेक्शन आ गया, 7 बैंड थे, और देखते हैं तो प्राइवेट कॉलेज था, 2 कमरों का कॉलेज। तो हम पूछते हैं बच्चे से कि आपने देखा क्यों नहीं? बोला नहीं जी वो तो नॉन थे हमारे। मैं कहा देख लिया नॉन का हाल, ठीक है। तो अगर कोई ईमानदार बंदा नहीं है तो वो किसी के लिए भी ईमानदार नहीं है, अपने नॉन के लिए भी नहीं है, और कोई ईमानदार है तो वो अननोन के लिए भी ईमानदार है। तो आप ऐसे पे ना जाए बच्चा जो गलती करता है ना, खासकर अच्छी प्रोफाइल वाला कि नॉन है, आप नॉलेज पे जाओ, ठीक है, नॉलेज पे जाओ, उसकी खुद की एजुकेशन पे जाओ, ठीक है। अगर खुद की एजुकेशन अच्छी नहीं है कंसल्टेंट की तो आपको ज़्यादा अच्छी राय नहीं दे पाएगा। हो सकता है उसका कोट अच्छा हो, उसकी कार अच्छी हो, बट अगर उसकी खुद की पढ़ाई अच्छी नहीं है तो आपको ज़्यादा अच्छी नॉलेज नहीं मिल पाएगी और आपके साथ धोखा हो सकता है। धोखा मतलब गंदा कॉलेज। जी बिल्कुल बिल्कुल सही, क्योंकि मैं बिल्कुल ये भी चीज़ सारे दर्शकों ਨਾਲ शेयर करना चाहूँगी कि जो अभिषेक जी खुद जो है उन्होंने यूनिवर्सिटी टॉप यूनिवर्सिटीज़ जो कि USA ਦੀ टॉप यूनिवर्सिटीज़ ਵਿੱਚ ਉਹਨਾਂ ਦੀ ਸਟੱਡੀ ਹੋਈ ਵੀ ਹੋਈ ਹੈ, और उन्होंने इसी करके विजन ਉਹਨਾਂ ਦਾ ਕਲੀਅਰ ਹੈ, ਉਹਨਾਂ ਨੂੰ ਹਰ ਤਰ੍ਹਾਂ ਦੀ ਨੌਲੇਜ ਔਰ ਉਸ ਤਰੀਕੇ ਨਾਲ ਹੀ ਸਟੂਡੈਂਟਸ ਨੂੰ ਗਾਈਡ ਕਰਦੇ ਨੇ ਕਿ ਕਿਸ ਰਾਹ ਤੇ ਸਟੂਡੈਂਟਸ ਜਾਣ ਤਾਂ ਕਿ ਆਪਣੇ ਫਿਊਚਰ ਨੂੰ ਸਿਕਿਉਰ ਕਰ ਸਕਣ। ਤੇ ਜ਼ਰੂਰ ਚਾਹੂੰਗੀ ਕਿ ਜਾਂਦੇ ਜਾਂਦੇ ਤੁਸੀਂ ਸਟੂਡੈਂਟਸ ਨੂੰ ਕੋਈ ਸਲਾਹ ਮਸ਼ਵਰਾ ਅਜਿਹਾ ਜ਼ਰੂਰ ਦਿਓ ਜਿਸ ਦੇ ਨਾਲ ਸਟੂਡੈਂਟਸ ਆਪਣੇ ਟਾਈਮ ਨੂੰ ਵੀ ਬਚਾ ਸਕਣ, ਆਪਣੀ ਪ੍ਰੋਫਾਈਲ ਵੀ ਵਧੀਆ ਬਣਾ ਕੇ ਰੱਖ ਸਕਣ, ਤੇ ਨਾਲ ਦੇ ਨਾਲ ਜੋ ਉਹਨਾਂ ਦੇ ਪੇਰੈਂਟਸ ਦੀ ਇੰਨੀ ਮਿਹਨਤ ਨਾਲ ਕੀਤੀ ਹੋਈ ਕਮਾਈ ਹੈ ਉਸ ਨੂੰ ਵੀ ਕਿਸੇ ਠੱਗਾਂ ਕੋਲ ਜਾ ਕੇ ਵੇਸਟ ਕਰਨ ਦੀ ਬਜਾਏ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰ ਸਕਣ। ਦੇਖੋ ਸਟੂਡੈਂਟ ਅਗਰ ਖੁਦ R&D ਕਰਦਾ ਆ, ਆਪਣੇ ਹੱਥ ਵਿੱਚ ਜੋ ਉਹਦਾ ਫਿਊਚਰ ਹੈ ਉਹ ਲੈਂਦਾ ਆ, ਤਾਂ ਨਹੀਂ ਠੱਗਾਂ ਕੋਲ ਫਸੇਗਾ। ਆਪਾਂ ਅੱਖਾਂ ਬੰਦ ਕਰਕੇ ਕੰਸਲਟੈਂਟ ਤੇ ਭਰੋਸਾ ਕਰ ਲੈਂਦੇ ਆ ਕਿ ਜਿੱਥੇ ਮਰਜ਼ੀ ਭੇਜ ਦਿਓ, ਸਾਡਾ ਏਮ ਤਾਂ ਜੀ ਕੈਨੇਡਾ ਪਹੁੰਚਣਾ ਆ, ਅਸੀਂ ਤਾਂ ਜੀ ਜਾ ਕੇ ਟਰਾਲੇ ਚਲਾਣੇ ਨੇ, ਸਾਨੂੰ ਫਰਕ ਨਹੀਂ ਪੈਂਦਾ, ਜਿੱਥੇ ਮਰਜ਼ੀ ਭੇਜ ਦਿਓ। ਤਾਂ ਉੱਥੇ ਠੱਗੀ ਹੁੰਦੀ ਹੈ ਤੁਹਾਡੇ ਨਾਲ, ਉੱਥੇ ਧੋਖਾ ਹੋਊਗਾ ਹੀ ਹੋਊਗਾ, ਕਿਉਂਕਿ ਆਪਾਂ ਨੇ ਕਾਲਜ ਦੀ ਰੈਂਕਿੰਗ ਨਹੀਂ ਦੇਖੀ, ਆਪਾਂ ਨੇ ਯੂਨੀਵਰਸਿਟੀ ਦੀ ਰੈਂਕਿੰਗ ਨਹੀਂ ਦੇਖੀ, ਆਪਾਂ ਨੇ ਇਹ ਨਹੀਂ ਦੇਖਿਆ ਕਿ ਕੋਰਸ ਮੇਰੇ ਮਤਲਬ ਦਾ ਹੈ ਕਿ ਨਹੀਂ, ਮੈਨੂੰ ਉਹਦੇ 'ਚ ਇੰਟਰਸਟ ਹੈ ਕਿ ਨਹੀਂ, ਠੀਕ ਹੈ। ਤਾਂ ਉੱਥੇ ਜੋ ਸਾਹਮਣੇ ਵਾਲਾ ਆ ਤੁਹਾਡੀ ਬੇਵਕੂਫੀ ਦਾ ਫਾਇਦਾ ਉਠਾਉਂਦਾ ਆ, ਬਟ ਤੁਸੀਂ ਖੁਦ ਅਗਰ ਪੜ੍ਹੇ ਲਿਖੇ ਹੋ ਕੇ ਐਕਟਿਵਲੀ ਪ੍ਰੋਐਕਟਿਵਲੀ ਅਗਰ ਡਿਸੀਜਨ ਲਓ, ਠੀਕ ਹੈ, ਗੂਗਲ ਤੇ ਸਰਚ ਕਰੋ ਸਾਰਾ ਕੁਝ ਕਿ ਮੇਰੇ ਇਸ ਸਟੱਡੀ ਤੋਂ ਬਾਅਦ ਮੈਡੀਕਲ ਤੋਂ ਬਾਅਦ ਮੇਰੇ ਕੋਲ ਕੀ ਆਪਸ਼ਨ ਨੇ, ਨਾਨ ਮੈਡੀਕਲ ਤੋਂ ਬਾਅਦ ਕੀ ਆਪਸ਼ਨ ਨੇ, ਕਾਮਰਸ ਜਾਂ ਆਰਟਸ ਵਾਲੇ ਬੱਚੇ ਲਈ ਕੀ ਆਪਸ਼ਨ ਨੇ, ਤੇ ਕਿਹੜੇ ਕਿਹੜੇ ਟਾਪ ਕਾਲਜਸ ਹੈਗੇ ਨੇ ਜਿਹੜੇ ਮੈਨੂੰ ਕੈਨੇਡਾ 'ਚ ਐਡਮਿਸ਼ਨ ਦੇ ਦੇਣਗੇ। ਉਸ ਤੋਂ ਬਾਅਦ ਤੁਸੀਂ ਕੰਸਲਟੈਂਟ ਨੂੰ ਅਪਰੋਚ ਕਰੋ, ਕੰਸਲਟੈਂਟ ਨੂੰ 4 ਕੁਐਸਚਨ ਹੋਰ ਪੁੱਛੋ, ਤਾਂ ਉਹ ਤੁਹਾਡੀ ਨੌਲੇਜ ਨੂੰ ਐਡੀਸ਼ਨ ਕਰਦਾ ਆ। ਬਟ ਅੱਖਾਂ ਮੀਚ ਕੇ ਕਿਤੇ ਵੀ ਅਪਲਾਈ ਕਰੋਗੇ ਤਾਂ ਆਬਵੀਅਸਲੀ ਪ੍ਰੋਬਲਮ ਹੋਏਗੀ, ਪੈਕੇਜ ਸਿਸਟਮ 'ਚ ਜਾਓਗੇ ਤਾਂ ਠੱਗੀ ਮਿਲੂਗੀ ਹੀ ਮਿਲੂਗੀ। ਜੀ, ਤੁਸੀਂ ਪੈਕੇਜ ਸਿਸਟਮ ਦੀ ਗੱਲ ਕੀਤੀ ਤਾਂ ਮੈਂ ਜ਼ਰੂਰ ਤੁਹਾਡੇ ਤੋਂ ਵੀ ਜਾਣਨਾ ਚਾਹੂੰਗੀ ਕਿ ਤੁਹਾਡੀ ਕੰਪਨੀ ਵੱਲੋਂ ਕੁਝ स्पेशल पैकेजेस या ऑफर क्या स्टूडेंट्स को दी जाती है? मैम अच्छे ब्राइट फ्यूचर का पैकेज है हमारे पास, तो अच्छे टॉप कॉलेजेस का पैकेज है। कनाडा गवर्नमेंट क्या मांगती है? 6 ईच हो आपके पास, 1 साल की आपने एडवांस फ़ी कराई हुई हो, क्योंकि लोग फंड दिखा देते हैं और वो फेक फ़ंड होते हैं। तो कैनेडियन गवर्नमेंट को ही पता है लोग फेक फ़ंड दिखाते हैं, खासकर पंजाब गुजरात साइड ज़्यादा है। तो कहते हैं 1 साल की आप पहले फ़ीस कराओ, 1 साल का खर्चा पहले जमा कराओ। अगर आप फ़ीस नहीं करा रहे, खर्चा नहीं करा रहे, तो मतलब आप एम्बेसी जो चाह रही है उससे उल्टा काम कर रहे हो, तो आपके वीज़ा के चांसेस कम हो जाएंगे। कई कंसल्टेंट
जाली रसीद दिखा देते हैं 1 साल के फ़ीस की, जाली फ़ंड दिखा देते हैं, उनमें उनका रहता है अगर वीज़ा लग गया तो पैसे ले लेने हैं, नहीं लगा तो पहले तो अपन ने लिए ही नहीं कुछ पैसे। तो वो स्कीमों के चक्कर में बच्चे को एक अट्रैक्टिव चीज़ दिखाते हैं जो कि उसके लिए इतनी अट्रैक्टिव होती नहीं है, आपकी अपॉर्चुनिटी कॉस्ट कट जाती है। पैकेज के अंदर ज़्यादातर जितना मेरे को देखा है आसपास, अगर 100 बच्चे अप्लाई करते हैं 3 या 4 का वीज़ा निकलता है, ज़्यादातर बच्चों का वीज़ा नहीं निकलता। वर्सेस वो सेम 100 बच्चे अगर 1 साल की फ़ीस लगा के 1 साल का GIC भर के डायरेक्ट कॉलेज को लगाते शायद 70-80% का वीज़ा लग जाता। ठीक है, तो ये चीज़ है। और फिर जिनका 3 या 4 का लगता भी है वीज़ा, उनका कॉलेज अच्छा नहीं होता, तो कॉलेज में पढ़ाई में उनको दिक्कत होएगी, पढ़ाई कर लेंगे तो जॉब में दिक्कत होगी, जॉब लग जाओगे तो PR में दिक्कत होगी, तो दिक्कत आपका सिलसिला जाता रहता है। तो अभी आसान रास्ता मत ढूंढो, अभी सही रास्ता ढूंढो, सही रास्ता पता करो क्या है एंड फिर उसके ऊपर चलो। ठीक है, चाहे थोड़ा टाइम ज़्यादा लग जाए बट सही रास्ता चलना बहुत ज़रूरी है एंड की स्कीमों के चक्करों में मत पड़ो। जी बिल्कुल। सो स्पीयरहेड इंटरनेशनल इमीग्रेशन जो है बिल्कुल कोई पैकेजेस ਜਾਂ ਸਪੈਸ਼ਲ ਆਫਰਸ ਨਹੀਂ ਸਟੂਡੈਂਟਸ ਨੂੰ ਦੇ ਰਹੇ, ਬਲਕਿ ਉਹਨਾਂ ਨੂੰ ਜੈਨੂਇਨ ਸਲਾਹ ਦੇਣ ਦਾ ਵਾਅਦਾ ਕਰਦੇ ਨੇ ਕਿ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਤੁਹਾਨੂੰ ਸਹੀ ਗਾਈਡੈਂਸ ਦਿੱਤੀ ਜਾਏਗੀ, ਕਿੱਥੇ ਅਪਲਾਈ ਕਰੋ ਤਾਂ ਸ਼ੋਰਲੀ ਤੁਹਾਡਾ ਜੋ ਹੈ ਵੀਜ਼ਾ ਆਏਗਾ ਹੀ, ਕਿਉਂਕਿ ਅਗਰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਸੀਂ ਕਿਤੇ ਅਪਲਾਈ ਕਰੋਗੇ ਤਾਂ ਫਿਰ ਕੋਈ ਦਿੱਕਤ ਹੀ ਨਹੀਂ ਰਹਿੰਦੀ, ਨਾ ਰਿਫਿਊਜ਼ਲ ਦਾ ਡਰ ਰਹਿੰਦਾ ਤੇ ਨਾ ਹੀ ਇਹ ਡਰ ਰਹਿੰਦਾ ਕਿ ਵੀ ਪਤਾ ਨਹੀਂ ਸਾਡਾ ਕਦੋਂ ਕਿੰਨਾ ਟਾਈਮ ਲੱਗ ਜਾਏਗਾ, ਕਦੋਂ ਸਾਡਾ ਵੀਜ਼ਾ ਆਏਗਾ। ਸੋ ਸ਼ੋਰਲੀ ਉਹ ਚੀਜ਼ਾਂ ਆਪਣੇ ਆਪ ਅੱਗੇ ਸਹੀ ਹੁੰਦੀਆਂ ਜਾਂਦੀਆਂ ਨੇ। ਸੋ ਤੁਹਾਡਾ ਸਾਰਿਆਂ ਦਾ ਦੋਵਾਂ ਦਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਆਏ, ਢੇਰ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਸੋ ਮਚ ਮੈਮ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।